सत श्री अकाल दोस्तों, मैं पूजा संधू एक बार फिर तो ਤੁਹਾਡਾ बहुत स्वागत करती हाँ प्रोग्राम दिमाग दी बत्ती जगाओ दे विच। ते हर वार दी तरह अज मैं फिर कुछ नवे फैक्ट कुछ नवीं जानकारियां लैके तुहाडे सामने आ गई हाँ। ते तुसीं कदे सुनिया है कि सब तो ज़्यादा फास्ट कार जिहड़ी इस दुनिया दी सी जिहने रिकॉर्ड सैट कीता सी अपनी स्पीड दा, ओह किहड़ी सी? या फिर जिहड़े टीवी स्क्रीन दे उत्ते तुहानूं बहुत सारे नंबर्स दिखाई दिंदे ने, उन्हां नंबर्स दे पिछे मतलब की है? सो इदां दे फैक्ट ते जानकारी दे विच असीं गल करांगे अज जमशेद टाटा जी दे बारे। ते आपां बहुत सारियां गल्लां करन वाले हां इस प्रोग्राम दे विच, ते इस प्रोग्राम नूं तुसीं ध्यान नाल देखना है ते बिल्कुल अपनी सीट छड्ड के नहीं जाना। सो बिना किसी देरी तो हुण आपां स्टार्ट करदे हां अज दे फैक्ट्स नूं। सो वधदे हां जी साडे पहले फैक्ट दे वल। ਕੀ ਤੁਸੀਂ ਦੁਨੀਆ ਦੀ ਸਭ ਤੋਂ ਫਾਸਟੈਸਟ ਕਾਰ ਦੇ ਬਾਰੇ ਜਾਣਦੇ ਹੋ, ਜਿਸ ਦਾ 1997 ਦੇ ਵਿੱਚ ਰਿਕਾਰਡ ਸੈੱਟ ਕੀਤਾ ਗਿਆ ਸੀ, ਲੈਟ ਸਪੀਡ ਦਾ ਰਿਕਾਰਡ, ਜਿਹੜਾ ਕਿ ਹਜੇ ਤੱਕ ਨਹੀਂ ਟੁੱਟਿਆ। ਤੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਸ ਦੀ ਸਪੀਡ ਕਿੰਨੀ ਸੀ? ਸੋ ਜਿਸ ਨੇ ਰਿਕਾਰਡ ਸੈੱਟ ਕਰ ਦਿੱਤਾ ਤਾਂ ਜਾਣ ਕੇ ਤੁਸੀਂ ਹੈਰਾਨ ਜ਼ਰੂਰ ਹੋ ਜਾਵੋਗੇ ਕਿ 1228 ਕਿਲੋਮੀਟਰ ਪ੍ਰਤੀ ਘੰਟਾ ਸਾਊਂਡ ਬੈਰੀਅਰ ਨੂੰ ਤੋੜਨ ਵਾਲੀ ਇਸ ਪਹਿਲੀ ਕਾਰ ਦਾ ਨਾਮ ਸੀ ਟਰਸਟ ਸੁਪਰਸੋਨਿਕ ਕਾਰ, ਜੋ ਇੱਕ ਬ੍ਰਿਟਿਸ਼ ਜੈਟ ਕਾਰ ਸੀ ਜਿਸ ਨੂੰ ਰਿਚਰਡ ਨੋਵਲ, ਗਲੇਨ ਵਾਚਰ, ਰੌਨ ਏਅਰਸ, ਜੈਰੇਮੀ ਬਲੈਸ ਨੇ ਮਿਲ ਕੇ ਡਿਜ਼ਾਈਨ ਕੀਤਾ ਸੀ। 15 ਅਕਤੂਬਰ 1997 ਦੇ ਦਿਨ ਥਰਸਟ ਐਸਸੀ 1228 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨੂੰ ਅਚੀਵ ਕਰਕੇ ਸਾਊਂਡ ਬੈਰੀਅਰ ਨੂੰ ਬ੍ਰੇਕ ਕਰਨ ਵਾਲੀ ਪਹਿਲੀ ਲੈਡ ਕਾਰ ਬਣ ਗਈ ਤੇ ਉਦੋਂ ਤੋਂ ਅੱਜ ਤੱਕ ਇਹ ਵਰਲਡ ਲੈਡ ਸਪੀਡ ਰਿਕਾਰਡ ਕੋਈ ਨਹੀਂ ਤੋੜ ਸਕਿਆ। ਸੋ ਚੱਲਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਵੱਲ। बहुत बार तुसी टीवी ते सीरीयल या फिर लाइव मैच देखते हुए अपनी स्क्रीन ते कुछ रैंडम नंबर्स नूं डिस्पले हुंदे जरूर देखा होवेगा। की तुसी कदे ये जानने की कोशिश की है कि इन्हां रैंडम नंबर्स दा मतलब की है? सो ਇਹ ਰੈਂਡਮ ਨੰਬਰਸ ਨੂੰ ਸ਼ੋਅ ਦੇ ਬ੍ਰਾਡਕਾਸਟਰ ਜਨਰੇਟ ਕਰਦੇ ਨੇ ਤੇ ਇਹ ਯੂਨੀਕਲੀ ਡਿਜ਼ਾਈਨ ਹੁੰਦੇ ਨੇ ਹਰ ਇੱਕ ਸੈਟਅਪ ਬਾਕਸ ਦੇ ਅਕੋਰਡਿੰਗ। ਜਿੱਦਾਂ ਕਿ ਸੇਮ ਸ਼ੋਅ ਦਾ ਤੁਹਾਡੀ ਸਕਰੀਨ ਤੇ ਕੋਈ ਹੋਰ ਨੰਬਰ ਆਏਗਾ ਅਤੇ ਦੂਸਰੀ ਸਕਰੀਨ ਦੇ ਉੱਤੇ ਕੋਈ ਹੋਰ ਨੰਬਰ ਆਏਗਾ। ਸੋ ਇਹਨਾਂ ਨੰਬਰਸ ਦਾ ਮਤਲਬ ਕਿਸੇ ਵੀ ਟੀਵੀ ਸ਼ੋਅ ਨੂੰ ਪਾਇਰੇਸੀ ਤੋਂ ਬਚਾਉਣਾ ਹੁੰਦਾ ਹੈ। ਇਹ ਨੰਬਰ ਪੂਰੇ ਸ਼ੋਅ ਦੇ ਦੌਰਾਨ ਕਈ ਵਾਰ ਦਿਖਾਏ ਜਾਂਦੇ ਨੇ ਤੇ ਜੇਕਰ ਕੋਈ ਇਹਨਾਂ ਸ਼ੋਅਜ਼ ਨੂੰ ਲਾਈਵ ਜਾਂ ਰਿਕਾਰਡ ਕਰਕੇ ਕਿਤੇ ਵੀ ਪਬਲਿਸ਼ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਨੰਬਰਸ ਦੀ ਬਦੌਲਤ ਬ੍ਰਾਡਕਾਸਟਰ ਪਤਾ ਲਗਾ ਸਕਦੇ ਹਨ ਕਿ ਕਿਸ ਸੈਟਅਪ ਬਾਕਸ ਤੋਂ ਉਹਨਾਂ ਦਾ ਕੰਟੈਂਟ ਪਾਇਰੇਟ ਕੀਤਾ ਗਿਆ ਹੈ। ਸੋ ਜਿਸ ਤੋਂ ਬਾਅਦ ਕਾਪੀਰਾਈਟ ਲਾਅ ਨੂੰ ਤੋੜਨ ਕਰਕੇ ਇੱਕ ਲੀਗਲ ਨੋਟਿਸ ਉਸ ਯੂਜ਼ਰ ਦੇ ਘਰ ਭੇਜਿਆ ਜਾਂਦਾ ਹੈ। ਸੋ ਇਹਨਾਂ ਨੰਬਰਸ ਦੀ ਪਲੇਸਮੈਂਟ ਤੇ ਟਾਈਮਿੰਗ ਵੀ ਬਿਲਕੁਲ ਅਲੱਗ-ਅਲੱਗ ਹੁੰਦੀ ਹੈ ਤਾਂ ਕਿ ਰਿਕਾਰਡ ਕਰਨ ਵਾਲੇ ਨੂੰ ਇਹ ਕਦੇ ਵੀ ਪਤਾ ਨਾ ਲੱਗ ਸਕੇ ਕਿ ਇਹ ਨੰਬਰ ਸਕਰੀਨ ਤੇ ਕਦੋਂ ਤੇ ਕਿੱਥੇ ਸ਼ੋ ਹੋਣਗੇ। ਸੋ ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ। ਪੂਰੀ ਦੁਨੀਆ ਦੇ ਵਿੱਚ ਬੜੇ ਕਾਬਲ ਤੇ ਜੀਨੀਅਸ ਲੋਕ ਹੋਏ ਹਨ ਜਿਨ੍ਹਾਂ ਨੇ ਆਪਣੇ ਦਿਮਾਗ ਨਾਲ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਪਰ ਅੱਜ ਅਸੀਂ ਗੱਲ ਕਰਾਂਗੇ ਇੱਕ ਐਦਾਂ ਦੇ ਪੰਛੀ ਦੇ ਬਾਰੇ ਜੋ ਇੰਨਾ ਸਮਾਰਟ ਸੀ ਕਿ ਉਸ ਦਾ ਨਾਮ ਗਿਨੀਜ਼ ਵਰਲਡ ਬੁੱਕ ਆਫ ਰਿਕਾਰਡਸ ਦੇ ਵਿੱਚ ਸ਼ਾਮਿਲ ਹੈ। ਸੋ ਮੈਂ ਗੱਲ ਕਰ ਰਹੀ ਹਾਂ ਜੀ ਪੱਕ ਦੀ, ਜੋ ਬਾਜੀ ਪ੍ਰਜਾਤੀ ਦਾ ਇੱਕ ਤੋਤਾ ਹੈ ਤੇ ਪੱਕ ਦੇ ਨਾਮ ਰਿਕਾਰਡ ਦਰਜ ਹੈ ਬਰਡ ਵਿਦ ਦ ਲਾਰਜੈਸਟ ਵੋਕੈਬਲਰੀ ਇਨ ਦ ਵਰਲਡ ਹੋਣ ਦਾ। ਜੀ ਹਾਂ, ਪੱਕ ਦੇ ਸ਼ਬਦ ਕੋਸ਼ ਵਿੱਚ 5-10 ਨਹੀਂ ਬਲਕਿ 1728 ਵਰਡ ਸੀ। ਸੋ ਜਿਸ ਦਾ ਇਸਤੇਮਾਲ ਇਹ ਤੋਤਾ ਗੱਲ ਕਰਨ ਲਈ ਕਰਦਾ ਸੀ। ਸੋ ਇਹੀ ਨਹੀਂ, ਪੱਕ ਨਾਮ ਦਾ ਇਹ ਤੋਤਾ ਕਈ ਅਲੱਗ-ਅਲੱਗ ਸ਼ਬਦਾਂ ਨੂੰ ਜੋੜਨਾ ਤੇ ਸੈਂਟੈਂਸ ਨੂੰ ਬਣਾਉਣਾ ਜਾਣਦਾ ਸੀ। ਸੋ 6 ਮਹੀਨੇ ਦੇ ਇੱਕ ਲੰਬੇ ਡਾਕੂਮੈਂਟੇਸ਼ਨ ਤੋਂ ਬਾਅਦ ਤੇ 21 ਵਲੰਟੀਅਰ ਦੁਆਰਾ ਇਹਨਾਂ ਦੇ ਸੈਸ਼ਨ ਸਟੱਡੀ ਕਰਨ ਤੋਂ ਬਾਅਦ ਪੱਕ ਦੇ ਨਾਮ ਇਹ ਰਿਕਾਰਡ 1995 ਨੂੰ ਦਰਜ ਹੋਇਆ ਸੀ। ਪਰ ਅਫਸੋਸ ਦੀ ਗੱਲ ਇਹ ਸੀ ਕਿ ਪੱਕ ਦੀ ਇੱਕ ਟਿਊਮਰ ਦੀ ਵਜ੍ਹਾ ਨਾਲ ਸਿਰਫ 5 ਸਾਲ ਦੀ ਉਮਰ ਦੇ ਵਿੱਚ ਹੀ ਮੌਤ ਹੋ ਗਈ ਸੀ। ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ। ਕੀ ਤੁਸੀਂ ਜਾਣਦੇ ਹੋ ਕਿ ਅਗਰ ਤੁਸੀਂ ਇੱਕ ਪਾਈਨਐਪਲ ਦੇ ਟੁਕੜੇ ਨੂੰ ਆਪਣੇ ਮੂੰਹ ਵਿੱਚ ਬਹੁਤ ਟਾਈਮ ਤੱਕ ਰੱਖਦੇ ਹੋ ਤਾਂ ਇਹ ਟੁਕੜਾ ਤੁਹਾਨੂੰ ਹੀ ਖਾਣਾ ਸ਼ੁਰੂ ਕਰ ਦੇਵੇਗਾ? ਜੀ ਹਾਂ, ਬਿਲਕੁਲ ਸੱਚ ਹੈ, ਪਰ ਸਾਇੰਟੀਫਿਕਲੀ ਕਹਿਣਾ ਗਲਤ ਨਹੀਂ ਹੋਵੇਗਾ। ਕਿ ਤੁਸੀਂ ਕਦੇ ਗੌਰ ਕੀਤਾ ਹੋਵੇਗਾ ਕਿ ਜਦੋਂ ਤੁਸੀਂ ਪਾਈਨਐਪਲ ਖਾਂਦੇ ਹੋ ਤਾਂ ਉਹ ਤੁਹਾਡੇ ਮੂੰਹ ਦੇ ਵਿੱਚ ਲੱਗਦਾ ਹੈ, ਥੋੜਾ ਜਿਹਾ ਜਲਨ ਮਹਿਸੂਸ ਵੀ ਹੁੰਦੀ ਹੈ, ਪਰ ਇਹ ਹੁੰਦਾ ਹੈ ਪਾਈਨਐਪਲ ਦੇ ਵਿੱਚ ਮੌਜੂਦ ਇੱਕ ਸਪੈਸ਼ਲ ਐਂਜ਼ਾਈਮ ਬ੍ਰੋਮੋਲਾਈਨ ਦੇ ਚੱਲਦੇ, ਜੋ ਪਾਈਨਐਪਲ ਤੋਂ ਇਲਾਵਾ ਹੋਰ ਕਿਸੇ ਵੀ ਫਰੂਟ ਦੇ ਵਿੱਚ ਨਹੀਂ ਮਿਲਦਾ। ਸੋ ਇਸ ਬ੍ਰੋਮੋਲਾਈਨ ਦੀ ਖਾਸੀਅਤ ਇਹ ਹੈ ਕਿ ਇਹ ਪ੍ਰੋਟੀਨ ਨੂੰ ਡਾਈਜੈਸਟ ਕਰਨ ਦੇ ਵਿੱਚ ਸક્ષਮ ਹੁੰਦਾ ਹੈ ਤੇ ਜਦੋਂ ਅਸੀਂ ਅਨਾਨਾਸ ਖਾਂਦੇ ਹਾਂ ਤਾਂ ਇਹੀ ਬ੍ਰੋਮੋਲਾਈਨ ਸਾਡੇ ਮੂੰਹ ਦੇ ਅੰਦਰ ਦੀ ਨਾਜ਼ੁਕ ਸਕਿਨ ਨੂੰ ਡਾਈਜੈਸਟ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਸਾਨੂੰ ਜਲਨ ਮਹਿਸੂਸ ਹੁੰਦੀ ਹੈ। ਹਾਂ, ਪਰ ਜੇ ਤੁਹਾਨੂੰ ਇਹ ਸੈਂਸੇਸ਼ਨ ਬਿਲਕੁਲ ਵੀ ਪਸੰਦ ਨਹੀਂ ਹੈ ਤੇ ਤੁਸੀਂ ਫਿਰ ਵੀ ਪਾਈਨਐਪਲ ਖਾਣਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਸਟੈਮ ਤੇ ਕੋਰ ਦਾ ਹਿੱਸਾ ਨਾ ਖਾਓ,
ਕਿਉਂਕਿ ਬ੍ਰੋਮੋਲਾਈਨ ਦੀ ਕੰਸੈਂਟ੍ਰੇਸ਼ਨ ਪਾਈਨਐਪਲ ਦੇ ਇਹਨਾਂ ਹਿੱਸਿਆਂ ਦੇ ਵਿੱਚ ਜ਼ਿਆਦਾ ਹੁੰਦੀ ਹੈ। ਸੋ ਇਸ ਤੋਂ ਇਲਾਵਾ ਪਾਈਨਐਪਲ ਨੂੰ ਪਕਾ ਕੇ ਵੀ ਬ੍ਰੋਮੋਲਾਈਨ ਨੂੰ ਖਤਮ ਕੀਤਾ ਜਾ ਸਕਦਾ ਹੈ। ਗੱਲ ਕਰਦੇ ਹਾਂ ਜੀ ਅਗਲੇ ਫੈਕਟ ਦੇ ਬਾਰੇ। ਕੌਨਿਕਸ ਇਦਾਂ ਦੀ ਟੈਕਨੀਕ ਹੈ ਜਿਹਦੇ ਵਿੱਚ ਸਾਇੰਟਿਸਟ ਕਿਸੇ ਵੀ ਮਰੇ ਹੋਏ ਇਨਸਾਨ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਟੈਕਨੀਕ ਦੇ ਉੱਤੇ ਕੰਮ ਕਰ ਰਹੇ ਹਨ। ਪਰ ਸਾਡੀ ਮੂਵੀ ਦੀ ਦੁਨੀਆ ਦੇ ਵਿੱਚ ਇਦਾਂ ਦੇ ਕ੍ਰਿਸ਼ਮੇ ਦੇਖਣ ਨੂੰ ਮਿਲ ਹੀ ਜਾਂਦੇ ਨੇ। ਪਰ ਅੱਜ ਗੱਲ ਕਰਨ ਜਾ ਰਹੇ ਹਾਂ ਅਸੀਂ ਸਟਾਰ ਵਾਰ ਰੋਗ ਵਨ ਹਾਲੀਵੁੱਡ ਮੂਵੀ ਦੀ, ਜਿਹੜੀ ਕਿ ਤੁਸੀਂ ਜਾਣਦੇ ਹੋਵੋਗੇ ਕਿ 2016 ਦੇ ਵਿੱਚ ਇਸ ਫਿਲਮ ਦੇ ਵਿੱਚ ਪੀਟਰ ਕੁਸ਼ਿੰਗ ਇੱਕ ਐਕਟਰ ਨੇ ਜਿਸ ਦੀ ਮੌਤ 1994 ਵਿੱਚ ਹੋ ਗਈ ਸੀ। ਪਰ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ 1994 ਦੇ ਵਿੱਚ ਮਰਿਆ ਇਨਸਾਨ 2016 ਦੀ ਫਿਲਮ ਕਿਵੇਂ ਕਰ ਸਕਦਾ ਹੈ। ਦਰਅਸਲ ਇਹ ਮੁਮਕਿਨ ਹੋ ਪਾਇਆ ਕੰਪਿਊਟਰ ਗ੍ਰਾਫਿਕਸ ਦੀ ਮਦਦ ਦੇ ਨਾਲ। ਜਦੋਂ ਮੇਕਰਸ ਨੇ ਇਹ ਡਿਸਾਈਡ ਕੀਤਾ ਕਿ ਪੀਟਰ ਕੁਸ਼ਿੰਗ ਨੂੰ ਇੱਕ ਕਰੈਕਟਰ ਦੇ ਨਾਲ ਰੀਪਲੇਸ ਨਹੀਂ ਕੀਤਾ ਜਾ ਸਕਦਾ, ਤਾਂ ਗਾਈ ਹੈਨਰੀ ਨਾਮ ਦੇ ਇੱਕ ਐਕਟਰ ਦੇ ਉੱਤੇ ਫੇਸ ਮਾਸਕਿੰਗ ਕਰਕੇ ਇਸ ਦੁਨੀਆ ਤੋਂ ਜਾ ਚੁੱਕੇ ਇਸ ਸਿਤਾਰੇ ਨੂੰ ਪਰਦੇ ਤੇ ਫਿਰ ਜ਼ਿੰਦਾ ਕਰ ਦਿੱਤਾ ਗਿਆ। ਤੇ ਨਾਲ ਹੀ ਇਹ ਫਿਲਮ ਡਿਜੀਟਲ ਐਕਟਰ ਰੀਸਿਲੈਕਸ਼ਨ ਦੇ ਮਾਮਲੇ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਈ। ਤੇ ਇਹਦੇ ਵਿੱਚ ਕੋਈ ਵੀ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਆਉਣ ਵਾਲੇ ਵਕਤ ਦੇ ਵਿੱਚ ਸਾਨੂੰ ਹੋਰ ਵੀ ਗੁਜ਼ਰ ਚੁੱਕੇ ਕਈ ਐਕਟਰ ਸਕਰੀਨ ਦੇ ਉੱਤੇ ਦੇਖਣ ਨੂੰ ਮਿਲ ਜਾਣਗੇ। ਕਿੱਦਾਂ ਦਾ ਲੱਗਿਆ ਤੁਹਾਨੂੰ ਇਹ ਫੈਕਟ? ਸੋ ਗੱਲ ਕਰਦੇ ਹਾਂ ਜੀ ਅਸੀਂ ਅਗਲੇ ਫੈਕਟ ਦੇ ਬਾਰੇ। ਅੱਜ ਦੇ ਸਮੇਂ ਦੇ ਵਿੱਚ ਆਨਲਾਈਨ ਸ਼ਾਪਿੰਗ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ ਤੇ ਇਦਾਂ ਦੀ ਕੋਈ ਵੀ ਚੀਜ਼ ਮੈਨੂੰ ਨਹੀਂ ਲੱਗਦਾ ਹੋਵੇਗੀ ਜੋ ਸਾਨੂੰ ਆਨਲਾਈਨ ਖਰੀਦਣ ਦੇ ਵਿੱਚ ਨਾ ਮਿਲੇ। ਪਰ ਕੀ ਤੁਸੀਂ ਇੰਟਰਨੈਟ ਦੇ ਸਭ ਤੋਂ ਪਹਿਲੀ ਵਿਕਣ ਵਾਲੀ ਚੀਜ਼ ਦੇ ਬਾਰੇ ਜਾਣਦੇ ਹੋ? ਉਹ ਪਹਿਲਾ ਪ੍ਰੋਡਕਟ ਕਿਹੜਾ ਸੀ ਜਿਸ ਨੂੰ ਸਭ ਤੋਂ ਪਹਿਲਾਂ ਆਨਲਾਈਨ ਵੇਚਿਆ ਗਿਆ? ਗੱਲ ਕਰਦੇ ਹਾਂ ਇੰਟਰਨੈਟ ਤੇ ਕੀਤੀ ਗਈ ਸਭ ਤੋਂ ਪਹਿਲੀ ਡੀਲ 1972 ਦੇ ਵਿੱਚ ਹੋਈ ਸੀ, ਜੋ ਕਿ ਸਟੈਨਫੋਰਡ ਤੇ MIT ਦੇ ਕੁਝ ਸਟੂਡੈਂਟਸ ਦੇ ਵਿਚਕਾਰ ਹੋਈ ਸੀ। ਕੀ ਤੁਸੀਂ ਜਾਣਨਾ ਚਾਹੋਗੇ ਕਿ ਇਸ ਡੀਲ ਦੇ ਵਿੱਚ ਸਭ ਤੋਂ ਪਹਿਲਾ ਪ੍ਰੋਡਕਟ ਕੀ ਸੀ ਜੋ ਵੇਚਿਆ ਗਿਆ ਸੀ? ਉਹ ਸੀ ਵੀਡ, ਜਿਸ ਨੂੰ ਭੰਗ ਤੇ ਕੈਨਾਬਿਸ ਵੀ ਕਹਿੰਦੇ ਹਨ। ਸੋ ਇਹ ਇੰਟਰਨੈਟ ਤੇ ਵਿਕਣ ਵਾਲੀ ਸਭ ਤੋਂ ਪਹਿਲੀ ਚੀਜ਼ ਸੀ। ਉੱਥੇ ਹੀ ਕਈ ਜਾਣਕਾਰ ਇਸ ਦੇ ਲੀਗਲ ਹੋਣ ਤੇ ਡੀਲ ਵਿੱਚ ਆਨਲਾਈਨ ਟ੍ਰਾਂਜੈਕਸ਼ਨ ਨਾ ਹੋਣ ਕਰਕੇ ਇਸ ਨੂੰ ਈ-ਕਮਰਸ ਟ੍ਰਾਂਜੈਕਸ਼ਨ ਨਹੀਂ ਮੰਨਦੇ, ਪਰ ਇੰਟਰਨੈਟ ਤੇ ਇਹ ਦੁਨੀਆ ਦੀ ਸਭ ਤੋਂ ਪਹਿਲੀ ਡੀਲ ਤਾਂ ਜ਼ਰੂਰ ਸੀ। ਸੋ ਗੱਲ ਕਰਦੇ ਹਾਂ ਜੀ ਅਸੀਂ ਅਗਲੇ ਫੈਕਟ ਦੇ ਬਾਰੇ। ਹੁਣ ਗੱਲ ਕਰਦੇ ਹਾਂ ਲੰਡਨ ਦੇ ਬ੍ਰਿਜ ਬਾਰੇ, ਜੋ ਕਿ ਸ਼ਿਪ ਦੇ ਪਾਸ ਹੋਣ ਨਾਲ ਖੁੱਲਦਾ ਹੈ। ਤੇ ਜੋ ਤੁਸੀਂ ਸਭ ਨੇ ਦੇਖਿਆ ਵੀ ਹੋਣਾ ਹੈ ਕਿ ਇੱਕ ਵਾਰ ਜਦੋਂ ਇਹ ਪੁਲ ਖੁੱਲ ਰਿਹਾ ਸੀ 1952 ਵਿੱਚ, ਅਲਬਰਟ ਨਾਮ ਦੇ ਬੱਸ ਡਰਾਈਵਰ ਨੇ ਆਪਣੀ ਬੱਸ ਤੇ ਇੱਕ ਪਾਸੇ ਤੋਂ ਦੂਜੇ ਪਾਸੇ ਛਲਾਂਗ ਲਗਾ ਦਿੱਤੀ। ਸੋ ਇਸ ਤੋਂ ਬਾਅਦ ਇਸ ਦੀ ਬਹਾਦਰੀ ਲਈ ਇਸ ਨੂੰ 10 ਪਾਉਂਡ ਦਾ ਇਨਾਮ ਵੀ ਦਿੱਤਾ ਗਿਆ। ਪਰ ਜੇਕਰ ਇਹ ਕੰਮ ਕਿਤੇ ਹੋਰ ਹੁੰਦਾ ਤੇ ਇਸ ਦਾ ਪੱਕਾ ਚਲਾਨ ਕੱਟਿਆ ਜਾਣਾ ਸੀ ਤੇ ਹੋ ਸਕਦਾ ਹੈ ਕਿ ਇਸ ਨੂੰ ਜੇਲ੍ਹ ਵੀ ਹੋ ਜਾਂਦੀ। ਪਰ ਇਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਕਈ ਦੇਸ਼ ਅਜਿਹੇ ਕਾਰਨਾਮਿਆਂ ਨੂੰ ਪੋਜ਼ਿਟਿਵਲੀ ਲੈਂਦੇ ਨੇ ਤੇ ਕਈ ਇਸ ਗੱਲ ਨੂੰ ਨੈਗੇਟਿਵਲੀ ਵੀ ਲੈਂਦੇ ਨੇ। ਜੇਕਰ ਸਾਡੇ ਕੋਈ ਇੱਥੇ ਟਾਵਰ ਤੇ ਚੜ ਜਾਂਦਾ ਹੈ ਤਾਂ ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਤੂੰ ਡਿੱਗ ਕੇ ਮਰਨਾ ਹੈ, ਤਾਂ ਇਹੀ ਕੰਮ ਜੇਕਰ ਤੁਸੀਂ ਕਿਸੇ ਹੋਰ ਵਿਕਸਿਤ ਕੰਟਰੀ ਦੇ ਵਿੱਚ ਕਰਦੇ ਹੋ ਤਾਂ ਉੱਥੇ ਲੋਕ ਤੁਹਾਨੂੰ ਹੌਸਲਾ ਦਿੰਦੇ ਨੇ ਤੇ ਕਹਿਣਗੇ ਕਿ ਬੈਸਟ ਆਫ ਲੱਕ, ਤੂੰ ਕਰ ਸਕਦਾ ਹੈ। ਸੋ ਇਹ ਤਾਂ ਸੀ ਜੀ ਫੈਕਟ ਦੀ ਗੱਲ। ਤੇ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਅੱਜ ਦੀ ਜਾਣਕਾਰੀ ਦੀ। ਸੋ ਅੱਜ ਅਸੀਂ ਜਿਸ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ, ਉਸ ਇਨਸਾਨ ਨੇ ਅਜਿਹੀ ਕੰਪਨੀ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਅੱਜ ਕਾਰਾਂ ਵਿੱਚ ਸਭ ਤੋਂ ਵੱਡੀ ਕੰਪਨੀ ਹੈ ਤੇ ਉਹ ਦੁਨੀਆ ਦੇ ਸਭ ਤੋਂ ਵੱਡੇ ਤੇ ਦਾਨੀ ਉਦਯੋਗਪਤੀ ਸੀ। ਉਹਨਾਂ ਨੇ ਟਾਟਾ ਨਾਮ ਦੀ ਕੰਪਨੀ ਖੜੀ ਕੀਤੀ ਜੋ ਕਿ ਨਮਕ ਤੋਂ ਲੈ ਕੇ ਚਾਹ, ਕਾਰਾਂ, ਸੌਫਟਵੇਅਰ ਤੇ ਸਟੀਲ ਸਾਰਾ ਕੁਝ ਬਣਾਉਂਦੀ ਹੈ। ਅਤੇ ਇਸ ਗਰੁੱਪ ਦੀ ਨੀਂਹ ਜਮਸ਼ੇਦ ਟਾਟਾ ਜੀ ਨੇ 1868 ਵਿੱਚ ਰੱਖੀ ਸੀ ਤੇ ਇਹਨਾਂ ਨੇ ਬਿਜ਼ਨਸ ਵਿੱਚ ਭਾਰਤ ਨੂੰ ਬਹੁਤ ਅੱਗੇ ਲਿਆ ਕੇ ਖੜਾ ਕਰ ਦਿੱਤਾ ਤੇ ਇਹਨਾਂ ਨੇ ਆਪਣੇ ਫਾਇਦੇ ਤੋਂ ਪਹਿਲਾਂ ਲੋਕਾਂ ਦਾ ਤੇ ਦੇਸ਼ ਦਾ ਫਾਇਦਾ ਸੋਚਿਆ ਤੇ ਜਿਸ ਕਾਰਨ ਅੱਜ ਇਹ ਕਾਮਯਾਬ ਨੇ। ਸੋ ਇਹੀ ਕਾਰਨ ਹੈ ਇਹਨਾਂ ਦੇ ਕਾਮਯਾਬ ਹੋਣ ਦਾ। ਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਉਸ ਪਰਿਵਾਰ ਵਿੱਚੋਂ ਨਿਕਲ ਕੇ ਬਿਜ਼ਨਸ ਸ਼ੁਰੂ ਕੀਤਾ ਜਿਸ ਪਰਿਵਾਰ ਦਾ ਬਿਜ਼ਨਸ ਨਾਲ ਦੂਰ-ਦੂਰ ਤੱਕ ਕੋਈ ਵੀ ਲੈਣਾ ਦੇਣਾ ਨਹੀਂ ਸੀ ਤੇ ਇਹਨਾਂ ਨੇ ਅਮਰੀਕਾ ਤੱਕ ਦੇ ਲੋਕਾਂ ਦਾ ਵਿਸ਼ਵਾਸ ਭਾਰਤ ਵਿੱਚ ਵਪਾਰ ਕਰਨ ਦੇ ਲਈ ਜਿੱਤਿਆ ਤੇ ਇਹਨਾਂ ਨੇ ਕਾਰੋਬਾਰ ਨੂੰ ਸਾਂਭਣ ਵਾਲੇ ਇਹਨਾਂ ਦੇ ਪਰਿਵਾਰ ਵਿੱਚੋਂ ਹੁਣ 5ਵੀਂ ਪੁਸ਼ਤ ਇਹਨਾਂ ਦਾ ਕਾਰੋਬਾਰ ਸੰਭਾਲ ਰਹੀ ਹੈ। ਸੋ ਮਤਲਬ ਕਿ ਇਹਨਾਂ ਦਾ ਕਾਰੋਬਾਰ ਹੁਣ ਰਤਨ ਟਾਟਾ ਜੀ ਸੰਭਾਲ ਰਹੇ ਨੇ ਤੇ ਜੋ ਕਿ ਇਹਨਾਂ ਦੇ ਬਿਜ਼ਨਸ ਨੂੰ ਇਹਨਾਂ ਤੋਂ ਵੀ ਕਈ ਗੁਣਾ ਉੱਪਰ ਲੈ ਗਏ ਨੇ। ਸੋ ਬਾਕੀ ਪਰਿਵਾਰਕ ਮੈਂਬਰਾਂ ਨੂੰ ਬਿਜ਼ਨਸ ਬਾਰੇ ਘੱਟ ਪਤਾ ਹੋਣ ਕਰਕੇ ਉਹਨਾਂ ਤੋਂ ਬਿਜ਼ਨਸ ਚੰਗੀ ਤਰ੍ਹਾਂ ਫੈਲਾਇਆ ਨਹੀਂ ਗਿਆ। ਮਤਲਬ ਕਿ ਜਮਸ਼ੇਦ ਟਾਟਾ ਜੀ ਤੋਂ ਬਾਅਦ ਉਹਨਾਂ ਦੇ ਬਿਜ਼ਨਸ ਵਿੱਚ ਰਤਨ ਟਾਟਾ ਜੀ ਦਾ ਨਾਮ ਸਭ ਤੋਂ ਵੱਧ ਉੱਭਰ ਕੇ ਬਾਹਰ ਆਇਆ।
ਪਰ ਅੱਜ ਆਪਾਂ ਜਮਸ਼ੇਦ ਟਾਟਾ ਜੀ ਦੇ ਬਾਰੇ ਗੱਲ ਕਰਾਂਗੇ। ਕਿਵੇਂ ਉਹਨਾਂ ਨੇ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਤੇ ਕਿਵੇਂ ਉਹਨਾਂ ਨੇ ਇੱਕ ਛੋਟੇ ਜਿਹੇ ਪਰਿਵਾਰ ਵਿੱਚੋਂ ਨਿਕਲ ਕੇ ਇੱਕ ਬਹੁਤ ਹੀ ਵੱਡੀ ਕੰਪਨੀ ਬਣਾ ਦਿੱਤੀ। ਤੇ ਜਮਸ਼ੇਦ ਜੀ ਟਾਟਾ ਜੀ ਦੀ ਇੱਕ ਬਦਲੇ ਦੀ ਕਹਾਣੀ ਵੀ ਸੀ ਤੇ ਰਤਨ ਟਾਟਾ ਦੀ ਵੀ ਇੱਕ ਬਦਲੇ ਦੀ ਕਹਾਣੀ ਸੀ ਤੇ ਦੋਨਾਂ ਨੇ ਬਹੁਤ ਹੀ ਸਬਰ ਨਾਲ ਬਦਲਾ ਲਿਆ ਸੀ। ਉਹਨਾਂ ਦੇ ਬਚਪਨ ਤੋਂ ਸ਼ੁਰੂ ਕਰਦੇ ਹਾਂ। ਜਮਸ਼ੇਦ ਜੀ ਦਾ ਜਨਮ 3 ਮਾਰਚ 1839 ਨੂੰ ਗੁਜਰਾਤ ਵਿੱਚ ਹੋਇਆ ਸੀ ਤੇ ਜਮਸ਼ੇਦ ਜੀ ਉਸ ਘਰ ਵਿੱਚ ਪੈਦਾ ਹੋਏ ਸੀ ਜਿੱਥੇ ਕਿਸੇ ਨੇ ਵੀ ਬਿਜ਼ਨਸ ਬਾਰੇ ਸੋਚਿਆ ਤੱਕ ਨਹੀਂ ਸੀ। ਅਸਲ ਵਿੱਚ ਜਮਸ਼ੇਦ ਜੀ ਪਾਰਸੀ ਸੀ ਤੇ ਇਹਨਾਂ ਦੇ ਪਿਤਾ ਇਹਨਾਂ ਨੂੰ ਬਹੁਤ ਸਮਝਾਉਂਦੇ ਸੀ ਕਿ ਬਿਜ਼ਨਸ ਵਿੱਚ ਕੁਝ ਨਹੀਂ ਰੱਖਿਆ, ਪਰ ਇਹ ਭਵਿੱਖ ਦੇਖਣ ਵਿੱਚ ਤੇ ਉਸ ਨੂੰ ਵਧੀਆ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਸੀ। ਸੋ ਇਹਨਾਂ ਨੇ ਮੁੰਬਈ ਵਿੱਚ ਆਪਣੀ ਪੜ੍ਹਾਈ ਕੀਤੀ ਤੇ ਉਸ ਸਮੇਂ ਹੀ ਮੁੰਬਈ ਵਿੱਚ ਇਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਣ ਲੱਗੇ, ਪਰ ਛੋਟੀ ਉਮਰ ਕਾਰਨ ਕੁਝ ਕਰ ਨਹੀਂ ਸਕਦੇ ਸੀ। ਤੇ ਫਿਰ ਇਹਨਾਂ ਨੇ ਆਪਣੀ ਪੜ੍ਹਾਈ ਵਿੱਚ ਧਿਆਨ ਦਿੱਤਾ ਅਤੇ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਹ ਆਪਣੇ ਪਿਤਾ ਜੀ ਨੂੰ ਕਹਿ ਕੇ ਤੇ ਕੁਝ ਪੈਸੇ ਲੈ ਕੇ ਹਾਂਗਕਾਂਗ ਚਲੇ ਗਏ। ਤੇ ਉਸ ਸਮੇਂ ਇੰਡੀਆ ਵਿੱਚ ਅੰਗਰੇਜ਼ਾਂ ਦਾ ਦੌਰ ਹੋਣ ਕਾਰਨ ਇੱਥੇ ਕੁਝ ਕਰ ਵੀ ਨਹੀਂ ਸਕਦੇ ਸੀ। ਸੋ ਹਾਂਗਕਾਂਗ ਵਿੱਚ ਜਾ ਕੇ ਇਹਨਾਂ ਨੇ ਅਫੀਮ ਤੇ ਰੂਹ ਨੂੰ ਚੀਨ ਵਿੱਚ ਭੇਜਣ ਦਾ ਕੰਮ ਸ਼ੁਰੂ ਕੀਤਾ ਤੇ ਇਸ ਤਰ੍ਹਾਂ ਫਿਰ ਉਸ ਸਮੇਂ ਇਹਨਾਂ ਦਾ ਇਹ ਪਹਿਲਾ ਕੰਮ ਸ਼ੁਰੂ ਹੋਇਆ। ਮਤਲਬ ਕਿ ਉੱਥੇ ਕਿਸੇ ਦੀ ਕੰਪਨੀ ਵਿੱਚ ਲੱਗ ਕੇ ਚੀਨ ਨੂੰ ਸਮਾਨ ਭੇਜੇ ਗਏ। ਪਰ ਰੂਹ ਦਾ ਵਪਾਰ ਵੱਧਦਾ ਦੇਖ ਕੇ ਇਹਨਾਂ ਨੇ ਖੁਦ ਇਸ ਬਿਜ਼ਨਸ ਵਿੱਚ ਪੈਸੇ ਲਾਉਣ ਬਾਰੇ ਸੋਚਿਆ ਤੇ ਇਹ ਹਾਂਗਕਾਂਗ ਵਿੱਚ ਪੈਸੇ ਜੋੜਨ ਲੱਗੇ। ਪਰ ਉਸ ਸਮੇਂ ਬਹੁਤ ਸਾਰੇ ਲੋਕ ਇਸ ਵਪਾਰ ਵਿੱਚ ਆ ਰਹੇ ਸੀ, ਸੋ ਕੁਝ ਪਾਸ ਹੋ ਰਹੇ ਸੀ ਤੇ ਕੁਝ ਫੇਲ ਹੋ ਰਹੇ ਸੀ। ਸੋ ਇਹਨਾਂ ਨੇ ਸੋਚਿਆ ਕਿ ਹਾਂਗਕਾਂਗ ਵਿੱਚ ਇਸ ਦਾ ਕੁਝ ਫਾਇਦਾ ਨਹੀਂ, तो ਇਹਨਾਂ ਨੇ ਹਾਂਗਕਾਂਗ ਛੱਡ ਕੇ ਇੰਗਲੈਂਡ ਜਾਣ ਬਾਰੇ ਸੋਚਿਆ ਤੇ ਇਹ ਆਪਣੇ ਜੋੜੇ ਹੋਏ ਪੈਸਿਆਂ ਦੇ ਨਾਲ ਇੰਗਲੈਂਡ ਆਪਣੀ ਕਿਸਮਤ ਅਜ਼ਮਾਉਣ ਲਈ ਚਲੇ ਗਏ। ਉੱਥੇ ਜਾ ਕੇ ਇਹਨਾਂ ਨੇ ਰੂਹ ਦਾ ਕੰਮ ਕੀਤਾ ਤੇ ਉੱਥੇ ਇਹਨਾਂ ਨੇ ਬਿਜ਼ਨਸ ਦੀਆਂ ਬਾਰੀਕੀਆਂ ਸਿੱਖੀਆਂ ਤੇ ਰੂਹ ਦੇ ਬਿਜ਼ਨਸ ਲਈ ਲਿੰਕ ਬਣਾਏ। ਤੇ ਜਦੋਂ ਉਹ ਉੱਥੇ ਰੂਹ ਦੀ ਕੰਪਨੀ ਦੇ ਮਾਲਕ ਬਣਨ ਵਾਲੇ ਸੀ ਤਾਂ ਮੁੰਬਈ ਵਿੱਚ ਭਾਈ ਡਾਵਰ ਜੀ ਜੋ ਇੱਕ ਸਫਲ ਵਪਾਰੀ ਸੀ, ਉਹਨਾਂ ਨੇ ਮੁੰਬਈ ਵਿੱਚ ਰੂਹ ਦੀ ਫੈਕਟਰੀ ਖੋਲ੍ਹ ਲਈ। ਤਾਂ ਜਮਸ਼ੇਦ ਜੀ ਦੇ ਦਿਮਾਗ ਵਿੱਚ ਆਇਆ ਕਿ ਕਿਉਂ ਨਾ ਇੰਗਲੈਂਡ ਛੱਡ ਕੇ ਭਾਰਤ ਵਿੱਚ ਹੀ ਰੂਹ ਦਾ ਕਾਰੋਬਾਰ ਕੀਤਾ ਜਾਵੇ, ਕਿਉਂਕਿ ਹਾਲੇ ਉੱਥੇ ਇਸ ਚੀਜ਼ ਦੀ ਸ਼ੁਰੂਆਤ ਸੀ ਤੇ ਉਹ ਇੱਕ ਚੀਜ਼ ਤੇ ਥੋੜਾ ਸੋਚ ਕੇ ਨਾਲ ਹੀ ਨਾਲ ਐਕਸ਼ਨ ਵੀ ਲੈ ਲੈਂਦੇ ਸੀ। ਸੋ ਜਿਸ ਕਾਰਨ ਉਹਨਾਂ ਨੇ ਨਾਲ ਹੀ ਨਾਲ ਇੰਗਲੈਂਡ ਛੱਡਿਆ ਅਤੇ ਭਾਰਤ ਆ ਗਏ। ਸੋ ਉੱਥੇ ਉਹ ਇਹ ਸੋਚ ਕੇ ਆ ਗਏ ਸੀ ਕਿ ਇੱਥੇ ਮੁੰਬਈ ਵਿੱਚ ਰੂਹ ਦੀ ਇੱਕ ਛੋਟੀ ਫੈਕਟਰੀ ਖੋਲ੍ਹ ਲਵਾਂਗੇ, ਪਰ ਇੱਥੇ ਬਹੁਤ ਸਾਰੇ ਵਪਾਰੀ ਪਹਿਲਾਂ ਤੋਂ ਹੀ ਮੁੰਬਈ ਤੇ ਅਹਿਮਦਾਬਾਦ ਵਿੱਚ ਫੈਕਟਰੀ ਖੋਲ੍ਹਣ ਬਾਰੇ ਤਿਆਰ ਸੀ। ਸੋ ਜਿਸ ਕਾਰਨ ਇਹ ਪਹਿਲਾਂ ਤਾਂ ਬਹੁਤ ਨਿਰਾਸ਼ ਹੋਏ ਕਿਉਂਕਿ ਹੁਣ ਇਹ ਇੰਗਲੈਂਡ ਵਿੱਚ ਵਾਪਸ ਨਹੀਂ ਜਾ ਸਕਦੇ ਸੀ ਤੇ ਇੱਥੇ ਬਹੁਤ ਜ਼ਿਆਦਾ ਕੰਪੀਟੀਸ਼ਨ ਵੱਧ ਗਿਆ ਸੀ। ਤਾਂ ਫਿਰ ਇਹਨਾਂ ਨੇ ਸੋਚਿਆ ਕਿ ਕਿਸੇ ਨਵੀਂ ਜਗ੍ਹਾ ਤੇ ਮਿਲ ਲਗਾਈ ਜਾਵੇ ਤਾਂ ਜੋ ਕੰਪੀਟੀਸ਼ਨ ਘਟ ਜਾਵੇ ਤੇ ਜਿੱਥੇ ਪਾਣੀ, ਕਪਾਹ ਤੇ ਹੋਰ ਜ਼ਰੂਰੀ ਪਦਾਰਥ ਮਿਲ ਜਾਣ। ਤੇ ਪਹਿਲਾਂ ਤਾਂ ਇਹਨਾਂ ਨੇ ਜਬਲਪੁਰ ਨੂੰ ਚੁਣਿਆ ਕਿਉਂਕਿ ਉੱਥੇ ਸਾਰੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਸੀ, ਪਰ ਉੱਥੇ ਕੁਝ ਲੋਕਾਂ ਨੇ ਧਰਨਾ ਲਗਾ ਕੇ ਇਹਨਾਂ ਦੀ ਫੈਕਟਰੀ ਖੋਲ੍ਹਣ ਦੀ ਇੱਛਾ ਖਤਮ ਕਰ ਦਿੱਤੀ, ਪਰ ਇਹਨਾਂ ਨੇ ਹਾਰ ਨਹੀਂ ਮੰਨੀ। ਸੋ ਜਮਸ਼ੇਦ ਜੀ ਨੇ ਆਪਣੇ ਪਿਤਾ ਜੀ ਨਾਲ ਮਿਲ ਕੇ ਨਾਗਪੁਰ ਵਿੱਚ ਜਗ੍ਹਾ ਦੇਖੀ ਤੇ ਉੱਥੇ ਇਹਨਾਂ ਨੇ ਫੈਕਟਰੀ ਲਗਾ ਦਿੱਤੀ। ਤੇ ਫਿਰ ਇਹਨਾਂ ਨੇ ਨਾਗਪੁਰ ਵਿੱਚ 1 ਜਨਵਰੀ 1870 ਵਿੱਚ ਐਕਸਪ੍ਰੈਸ ਨਾਮ ਦੀ ਮਿਲ ਚਾਲੂ ਕੀਤੀ ਤੇ ਇਹਨਾਂ ਨੂੰ ਪਹਿਲੀ ਵਾਰ 16% ਲਾਭ ਹੋਇਆ ਜੋ ਕਿ ਉਸ ਸਮੇਂ ਬਹੁਤ ਜ਼ਿਆਦਾ ਸੀ ਤੇ ਇਹਨਾਂ ਦੀ ਫੈਕਟਰੀ ਮੱਧ ਪ੍ਰਦੇਸ਼ ਦੀ ਸਭ ਤੋਂ ਵੱਡੀਆਂ ਫੈਕਟਰੀਆਂ ਵਿੱਚੋਂ ਇੱਕ ਬਣ ਗਈ। ਤੇ ਇਸ ਤੋਂ ਬਾਅਦ ਜਮਸ਼ੇਦ ਜੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਸਮੇਂ ਕਰਮਚਾਰੀਆਂ ਦੀ ਜ਼ਿਆਦਾ ਦੇਖਭਾਲ ਤੇ ਸੁਰੱਖਿਆ ਨਹੀਂ ਹੁੰਦੀ ਸੀ, ਪਰ ਜਮਸ਼ੇਦ ਜੀ ਨੇ ਬਾਹਰਲੇ ਦੇਸ਼ਾਂ ਵਿੱਚ ਕਰਮਚਾਰੀਆਂ ਦੀ ਸੁਰੱਖਿਆ ਦੇਖੀ ਤੇ ਉਹ ਹੁਣ ਇਹਨਾਂ ਨੇ ਜਿੰਨੇ ਵੀ ਬਾਹਰਲੀਆਂ ਕੰਟਰੀਆਂ ਵਿੱਚ ਕੰਮ ਕੀਤੇ ਸੀ ਉਹਨਾਂ ਦੇ ਤਜਰਬੇ ਇਹਨਾਂ ਦੇ ਕੋਲ ਸੀ ਕਿਉਂਕਿ ਉੱਥੇ ਹੀ ਆਪ ਮਜ਼ਦੂਰ ਬਣ ਕੇ ਕੰਮ ਕਰਕੇ ਆਏ ਸੀ। ਤੇ ਜਦ ਕਿ ਇਹ ਤਜਰਬੇ ਹੋਰ ਮਾਲਕਾਂ ਕੋਲ ਨਹੀਂ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਕਰਮਚਾਰੀ ਹੀ ਵਪਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ। ਸੋ ਇਹਨਾਂ ਨੇ ਉੱਥੇ ਬਾਹਰਲੇ ਦੇਸ਼ਾਂ ਵਿੱਚ ਕਰਮਚਾਰੀਆਂ ਦੀ ਸੁਰੱਖਿਆ ਦੇਖੀ ਤੇ ਇਹਨਾਂ ਨੇ ਵੀ ਆਪਣੀ ਫੈਕਟਰੀ ਵਿੱਚ ਸਾਰੀਆਂ ਸੁਰੱਖਿਆ ਉਪਲਬਧ ਕਰਵਾਈਆਂ ਤੇ ਗਰਮੀ ਤੋਂ ਬਚਣ ਲਈ ਪੱਖੇ ਵੀ ਲਾਏ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਉੱਥੇ ਮੌਜੂਦ ਕਰਵਾਈਆਂ। ਤੇ ਇਹਨਾਂ ਨੇ ਹੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਇੱਕੋ ਜਿਹੀਆਂ ਵਰਦੀਆਂ ਪਵਾਈਆਂ ਸੀ ਤੇ ਇਹਨਾਂ ਵਿੱਚੋਂ ਕੁਝ ਚੀਜ਼ਾਂ ਤਾਂ ਇੰਗਲੈਂਡ ਵਿੱਚ ਲਾਗੂ ਹੋਣ ਤੋਂ ਪਹਿਲਾਂ ਹੀ ਇੱਥੇ ਆਈਆਂ। ਤੇ ਜਮਸ਼ੇਦ ਜੀ ਪੜ੍ਹੇ ਲਿਖੇ ਹੋਣ ਕਾਰਨ ਉੱਚੀ ਵਿੱਦਿਆ ਦੇਣ ਵਿੱਚ ਵਿਸ਼ਵਾਸ ਰੱਖਦੇ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਭਾਰਤ ਨੂੰ ਪੜ੍ਹੇ ਲਿਖੇ ਲੋਕਾਂ ਦੀ ਕਿੰਨੀ ਜ਼ਰੂਰਤ ਹੈ।
ਸੋ ਜਿਸ ਕਾਰਨ ਉਹਨਾਂ ਨੇ ਪੜ੍ਹਾਈ ਦੇ ਖੇਤਰ ਵਿੱਚ ਬਹੁਤ ਯੋਗਦਾਨ ਦਿੱਤੇ। ਉਹਨਾਂ ਨੇ ਬ੍ਰਿਟਿਸ਼ ਸਰਕਾਰ ਨੂੰ ਕਿਹਾ ਕਿ ਸਿਵਲ ਸਰਵਿਸ ਦੀ ਪ੍ਰੀਖਿਆ ਇੰਗਲੈਂਡ ਦੇ ਨਾਲ-ਨਾਲ ਭਾਰਤ ਵਿੱਚ ਵੀ ਹੋਵੇ ਤੇ 1892 ਵਿੱਚ ਉਹਨਾਂ ਨੇ ਪੜ੍ਹਾਈ ਲਈ ਸਕੂਲ ਤੇ ਕਾਲਜ ਦੇ ਨਾਲ-ਨਾਲ ਸਿਵਲ ਸਰਵਿਸ ਦੀ ਪੜ੍ਹਾਈ ਸ਼ੁਰੂ ਕਰਵਾਈ ਤੇ ਉਹ ਕਹਿੰਦੇ ਸੀ ਕਿ ਜੋ ਕੋਈ ਪੜ੍ਹ ਲਿਖ ਕੇ ਆਵੇਗਾ ਤਾਂ ਮੈਂ ਆਪਣੀ ਫੈਕਟਰੀ ਵਿੱਚ ਉਸ ਨੂੰ ਉੱਚੇ ਅਹੁਦੇ ਤੇ ਕੰਮ ਦੇਵਾਂਗਾ। ਤੇ ਉਹਨਾਂ ਦੀ ਇਸ ਕੋਸ਼ਿਸ਼ ਨੇ ਇਸ ਦੇਸ਼ ਨੂੰ ਡਾਕਟਰ, ਇੰਜੀਨੀਅਰ ਅਤੇ ਉਹਨਾਂ ਦੀ ਖੁਦ ਦੀ ਕੰਪਨੀ ਲਈ CEO ਦਿੱਤੇ ਤੇ ਅੱਜ ਵੀ ਬਾਹਰਲੀਆਂ ਕੰਟਰੀਆਂ ਇੱਥੇ ਦੇ ਚੰਗੇ ਪੜ੍ਹੇ ਲਿਖੇ ਲੋਕਾਂ ਦੀ ਡਿਮਾਂਡ ਕਰਦੀਆਂ ਨੇ। ਤੇ ਇਹਨਾਂ ਦੇ 3 ਸੁਪਨੇ ਸੀ ਜੋ ਕਿ ਇਹਨਾਂ ਨੇ ਪੂਰੇ ਕਰਨੇ ਸੀ ਤੇ ਜਿਨ੍ਹਾਂ ਬਾਰੇ ਹੁਣ ਆਪਾਂ ਗੱਲ ਕਰਾਂਗੇ। ਇਹਨਾਂ ਨੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੀ ਸਥਾਪਨਾ ਕੀਤੀ ਕਿਉਂਕਿ ਉਹ ਚਾਹੁੰਦੇ ਸੀ ਕਿ ਇੰਡੀਆ ਵਿੱਚ ਲੋਕ ਸਾਇੰਸ ਵੱਲ ਆਉਣ ਤੇ ਰਿਸਰਚਾਂ ਕਰਨ, ਪਰ ਉਸ ਸਮੇਂ ਦੀ ਅੰਗਰੇਜ਼ ਲਾਰਡ ਕਰਜ਼ਨ ਨੇ ਇਸ ਗੱਲ ਨੂੰ ਖਾਰਿਜ ਕਰ ਦਿੱਤਾ ਕਿਉਂਕਿ ਉਹ ਕਹਿੰਦੇ ਸੀ ਕਿ ਨਾ ਤਾਂ ਭਾਰਤ ਵਿੱਚ ਕੋਈ ਇੰਨੇ ਵੱਡੇ ਕਾਲਜ ਵਿੱਚ ਪੜ੍ਹੇਗਾ ਤੇ ਜੇਕਰ ਉਹ ਪੜ੍ਹ ਵੀ ਗਿਆ ਤਾਂ ਉੱਥੇ ਉਸ ਨੂੰ ਨੌਕਰੀ ਨਹੀਂ ਮਿਲੇਗੀ। ਪਰ ਜਮਸ਼ੇਦ ਜੀ ਇਸ ਗੱਲ ਤੋਂ ਦੁਖੀ ਨਹੀਂ ਹੋਏ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਸਾਰੀ ਜਾਇਦਾਦ ਲਾਰਡ ਕਰਜ਼ਨ ਨੂੰ ਦੇ ਦੇਵਾਂਗਾ ਪਰ ਇਹ ਸੁਪਨਾ ਜ਼ਰੂਰ ਪੂਰਾ ਕਰਾਂਗਾ। ਸੋ ਜਿਸ ਤੋਂ ਬਾਅਦ ਉਹਨਾਂ ਨੂੰ ਮੈਸੂਰ ਦੇ ਰਾਜੇ ਨੇ 30 ਏਕੜ ਜ਼ਮੀਨ ਤੇ 5 ਲੱਖ ਰੁਪਏ ਦਿੱਤੇ ਤੇ ਲਾਰਡ ਕਰਜ਼ਨ ਨਾਲ ਗੱਲ ਕਰਕੇ ਉਹਨਾਂ ਨੂੰ ਕਾਲਜ ਦੀ ਮਨਜ਼ੂਰੀ ਦਿਵਾ ਦਿੱਤੀ। ਸੋ ਇਸ ਤੋਂ ਬਾਅਦ 1909 ਵਿੱਚ ਇਹ ਕਾਲਜ ਬਣ ਗਿਆ ਸੀ। ਹੁਣ ਗੱਲ ਕਰਦੇ ਹਾਂ ਉਹਨਾਂ ਦੇ ਦੂਜੇ ਸੁਪਨੇ ਦੀ। ਇੱਕ ਵਾਰ ਇੰਗਲੈਂਡ ਵਿੱਚ ਜਮਸ਼ੇਦ ਜੀ ਨੇ ਥਾਮਸ ਕਾਰਲਾਈਲ ਦੇ ਭਾਸ਼ਣ ਵਿੱਚ ਸੁਣਿਆ ਸੀ ਕਿ ਜਿਸ ਦੇਸ਼ ਕੋਲ ਸਟੀਲ ਹੋਵੇਗੀ ਸਮਝੋ ਉਸ ਕੋਲ ਸੋਨਾ ਹੋਵੇਗਾ। ਤਾਂ ਜਮਸ਼ੇਦ ਜੀ ਨੇ ਆਪਣੇ ਰੂਹ ਦੀ ਮਿਲ ਤੋਂ ਬਾਅਦ ਹੋਰ ਕੰਮ ਕਰਨਾ ਸੀ, ਸੋ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਹੁਣ ਸਟੀਲ ਦਾ ਕੰਮ ਸ਼ੁਰੂ ਕੀਤਾ ਜਾਵੇ। ਸੋ ਜਿਸ ਕਾਰਨ ਉਹਨਾਂ ਨੂੰ ਯਾਦ ਆਇਆ ਕਿ ਨਾਗਪੁਰ ਦੇ ਕੋਲ ਚੰਦਨਪੁਰ ਦੇ ਕੋਲੇ ਲੋਹਾਰਾ ਵਿੱਚ ਲੋਕ ਹਿੰਦ ਦੇ ਭੰਡਾਰ ਤੇ, ਜਿਸ ਕਾਰਨ ਉਹਨਾਂ ਨੇ ਸਰਕਾਰ ਨਾਲ ਗੱਲਬਾਤ ਕੀਤੀ। ਸੋ ਉਹ ਆਪਣਾ ਸੁਪਨਾ ਪੂਰਾ ਕਰਨ ਲੱਗੇ ਤੇ ਲਾਰਡ ਕਰਜ਼ਨ ਨੂੰ ਉਸ ਸਮੇਂ ਭਾਰਤੀਆਂ ਤੇ ਭਰੋਸਾ ਨਹੀਂ ਸੀ ਕਿ ਕਿਵੇਂ ਕੋਈ ਭਾਰਤੀ ਸਟੀਲ ਪਲਾਂਟ ਲਗਾ ਸਕਦਾ ਹੈ, ਪਰ ਉਸਨੇ ਫਿਰ ਵੀ ਵਿਦੇਸ਼ਾਂ ਤੋਂ ਭਾਰਤ ਵਿੱਚ ਨਿਵੇਸ਼ ਕਰਨ ਲਈ ਲੋਕਾਂ ਨੂੰ ਕਿਹਾ। ਤੇ ਜਦੋਂ ਜਮਸ਼ੇਦ ਜੀ ਸਟੀਲ ਪਲਾਂਟ ਦੇਖਣ ਲਈ ਅਮਰੀਕਾ ਗਏ ਤਾਂ ਉਹਨਾਂ ਨੇ ਸਟੀਲ ਪਲਾਂਟ ਦੇ ਆਲੇ ਦੁਆਲੇ ਖਸਤਾ ਹਾਲਤ ਦੇਖੇ ਤਾਂ ਉਹਨਾਂ ਨੇ ਆਪਣੇ ਪੁੱਤਰ ਦੋਰਾਬ ਜੀ ਟਾਟਾ ਨੂੰ ਖੱਤ ਲਿਖਿਆ ਕਿ ਪਲਾਂਟ ਲਾਉਣ ਤੋਂ ਪਹਿਲਾਂ ਸ਼ਹਿਰ ਦਾ ਵਿਕਾਸ ਕਰੋ, ਸੜਕਾਂ ਵੱਡੀਆਂ ਕਰੋ, ਖੇਡਾਂ ਲਈ ਗਰਾਊਂਡ ਬਣਾਓ, ਪਾਣੀ ਦਾ ਪ੍ਰਬੰਧ ਕਰੋ ਤੇ ਸਾਰੇ ਧਰਮਾਂ ਦੇ ਅਲੱਗ-ਅਲੱਗ ਗੁਰੂ ਘਰ ਜ਼ਰੂਰ ਬਣਾਓ ਸੋ ਜੋ ਉੱਥੇ ਦੇ ਲੋਕ ਖੁਸ਼ ਰਹਿ ਸਕਣ। ਫਿਰ ਹੀ ਆਪਾਂ ਉੱਥੇ ਚੰਗੀ ਤਰ੍ਹਾਂ ਕੰਮ ਕਰ ਸਕਦੇ ਹਾਂ। ਸੋ ਕਿਉਂਕਿ ਜੇ ਉੱਥੇ ਦੇ ਲੋਕ ਖੁਸ਼ ਰਹਿਣਗੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਆਵੇਗੀ ਤੇ ਇਸ ਵਿੱਚ ਲੋਕਾਂ ਦਾ ਵੀ ਫਾਇਦਾ ਸੀ। ਉਹਨਾਂ ਦਾ ਤੀਜਾ ਸੁਪਨਾ ਸੀ ਹਾਈਡ੍ਰੋਲਿਕ ਡੈਮ ਬਣਾਉਣਾ ਜੋ ਕਿ ਇਲਾਕੇ ਦੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਦਾ ਹੋਵੇ ਤੇ ਉਹ ਬਿਜਲੀ ਵੀ ਬਣਾ ਸਕਦਾ ਹੋਵੇ ਤੇ ਇਹਨਾਂ ਦੇ ਇਹ ਡੈਮ ਬਣਾਉਣ ਲਈ ਬਹੁਤ ਕੰਮ ਕੀਤੇ ਤੇ ਜਿਸ ਤੋਂ ਬਾਅਦ ਇਹ ਡੈਮ ਬਣ ਗਿਆ। ਪਰ ਇਹ ਤਿੰਨੇ ਸੁਪਨੇ ਜਮਸ਼ੇਦ ਜੀ ਪੂਰੇ ਹੁੰਦੇ ਨਹੀਂ ਦੇਖ ਸਕੇ ਕਿਉਂਕਿ ਉਹਨਾਂ ਦੀ 1904 ਵਿੱਚ ਮੌਤ ਹੋ ਗਈ ਸੀ। ਪਰ ਉਹ ਸ਼ੁਰੂਆਤ ਕਰਕੇ ਆਪਣੇ ਮੁੰਡੇ ਦੋਰਾਬ ਤੇ ਰਤਨ ਨੂੰ ਦੇ ਗਏ ਸੀ, ਪਰ ਉਹਨਾਂ ਨੇ ਇੱਕ ਸੁਪਨਾ ਨਹੀਂ ਦੇਖਿਆ ਸੀ, ਉਹ ਸੀ ਹੋਟਲ ਬਣਾਉਣ ਦਾ। ਇਹ ਹੋਟਲ ਉਹਨਾਂ ਦੇ ਜਿਉਂਦੇ ਜੀ ਪੂਰਾ ਤਿਆਰ ਹੋ ਗਿਆ ਸੀ ਤੇ ਇਸ ਹੋਟਲ ਪਿੱਛੇ ਇੱਕ ਬਹੁਤ ਹੀ ਵਧੀਆ ਤੇ ਬਦਲੇ ਦੀ ਕਹਾਣੀ ਹੈ। ਦਸੰਬਰ 1903 ਵਿੱਚ 4 ਕਰੋੜ 21 ਲੱਖ ਰੁਪਏ ਵਿੱਚ ਸ਼ਾਹੀ ਢੰਗ ਨਾਲ ਤਾਜ ਹੋਟਲ ਮੁੰਬਈ ਵਿੱਚ ਬਣਾਇਆ ਸੀ ਤੇ ਇਸ ਦੀਆਂ ਅੱਜ ਇੰਡੀਆ ਵਿੱਚ 83 ਬ੍ਰਾਂਚਾਂ ਨੇ ਤੇ 16 ਬਾਹਰਲੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਨੇ ਤੇ ਅੱਜ ਦੇ ਸਮੇਂ ਵਿੱਚ ਹਰ ਇੱਕ ਆਮ ਇਨਸਾਨ ਇੱਥੇ ਇੱਕ ਵਾਰ ਜਾਣ ਦਾ ਤੇ ਰਹਿਣ ਦਾ ਸੁਪਨਾ ਤਾਂ ਜ਼ਰੂਰ ਦੇਖਦਾ ਹੈ, ਪਰ ਇਹ ਇੱਕ ਬਦਲੇ ਦੀ ਭਾਵਨਾ ਵਿੱਚ ਬਣਾਇਆ ਗਿਆ ਸੀ। ਅਸਲ ਵਿੱਚ ਜਮਸ਼ੇਦ ਜੀ ਮੁੰਬਈ ਦੇ ਇੱਕ ਵੈਸਟਰਨ ਨਾਮ ਦੇ ਹੋਟਲ ਵਿੱਚ ਰਹਿਣ ਗਏ, ਪਰ ਉੱਥੇ ਇਹਨਾਂ ਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ ਕਿਉਂਕਿ ਉੱਥੇ ਲਿਖਿਆ ਸੀ ਕਿ ਕੁੱਤੇ ਤੇ ਭਾਰਤੀਆਂ ਨੂੰ ਅੰਦਰ ਆਉਣਾ ਮਨਾ ਹੈ। ਫਿਰ ਦੱਸਿਆ ਜਾਂਦਾ ਹੈ ਕਿ ਇਸ ਗੱਲ ਤੋਂ ਬੇਇੱਜ਼ਤੀ ਮਹਿਸੂਸ ਕਰਕੇ ਜਮਸ਼ੇਦ ਜੀ ਨੇ 16 ਦਸੰਬਰ 1903 ਵਿੱਚ ਇਹ ਤਾਜ ਹੋਟਲ ਬਣਾਇਆ ਸੀ ਤੇ ਉੱਥੇ ਹੀ ਕੁਝ ਲੋਕ ਇਸ ਕਹਾਣੀ ਨੂੰ ਛੁਪਾਉਣ ਲਈ ਇਸ ਨੂੰ ਝੂਠੀ ਵੀ ਦੱਸਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਕਹਾਣੀ ਬੇਬੁਨਿਆਦੀ ਕਹਾਣੀ ਹੈ। ਇਹ ਹੋਟਲ ਬ੍ਰਿਟਿਸ਼ ਲੋਕ ਘੁੰਮਣ ਜੋ ਆਉਂਦੇ ਸੀ ਤੇ ਭਾਰਤੀ ਰਾਜਿਆਂ ਨੂੰ ਬਹੁਤ ਹੀ ਵੱਡੀਆਂ ਸੁਵਿਧਾਵਾਂ ਦੇਣ ਲਈ ਬਣਾਇਆ ਗਿਆ ਸੀ ਕਿਉਂਕਿ ਉਸ ਸਮੇਂ ਮੁੰਬਈ ਵਿੱਚ ਇੰਨਾ ਵੱਡਾ ਹੋਟਲ ਨਹੀਂ ਸੀ ਤੇ ਤਾਜ ਹੋਟਲ ਵਿੱਚ 24 ਘੰਟੇ ਬਿਜਲੀ, ਅਮਰੀਕਨ ਪੱਖੇ, ਜਰਮਨੀ ਲਿਫਟਾਂ ਤੇ ਤਰਕਸ਼ ਬਾਥਰੂਮ ਤੇ ਹੋਰ ਵੀ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਸੀ, ਜਿਸ ਕਾਰਨ ਇਹ ਗ੍ਰੈਂਡ ਹੋਟਲ ਬਣ ਗਿਆ ਸੀ। ਸੋ ਦੇਸ਼ ਦਾ ਪਹਿਲਾ ਲਾਇਸੈਂਸ ਬਾਰ ਅਤੇ ਡਿਸਕੋ ਇਸੇ ਹੋਟਲ ਦੇ ਵਿੱਚ ਬਣਾਇਆ ਗਿਆ ਸੀ ਤੇ ਸ਼ੁਰੂਆਤ ਵਿੱਚ ਇਸ ਦਾ ਕਿਰਾਇਆ ਸਿਰਫ 13 ਰੁਪਏ ਸੀ ਤੇ ਹੁਣ ਹਜ਼ਾਰਾਂ ਰੁਪਏ ਹੈ। ਸੋ ਇੱਥੇ ਹੁਣ ਤੱਕ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਰਹਿ ਚੁੱਕੀਆਂ ਨੇ ਤੇ ਪਹਿਲੀ ਵਰਲਡ ਵਾਰ ਦੌਰਾਨ ਇਸ ਨੂੰ 600 ਕਮਰੇ ਵਾਲੇ ਹਸਪੀਟਲ ਵਿੱਚ ਬਦਲ ਦਿੱਤਾ ਸੀ ਤੇ ਇਸ ਨੇ ਸਮੇਂ-ਸਮੇਂ ਸਿਰ ਬਹੁਤ ਸਾਰੇ ਉਤਾਰ ਚੜਾਵ ਦੇਖੇ ਨੇ। 2008 ਵਿੱਚ ਇਸ ਦੇ ਅੱਤਵਾਦੀ ਹਮਲਾ ਵੀ ਹੋਇਆ ਸੀ ਜਿਸ ਕਾਰਨ ਇੱਥੇ ਜਾਣ ਵਾਲੇ ਲੋਕ ਘਟ ਗਏ ਸੀ, ਪਰ ਰਤਨ ਟਾਟਾ ਜੀ ਨੇ ਆਪਣੀ ਸੂਝ-ਬੂਝ ਨਾਲ ਇਸ ਨੂੰ ਦੁਬਾਰਾ ਤੋਂ ਪਹਿਲਾਂ ਵਾਂਗ ਮਸ਼ਹੂਰ ਕਰ ਦਿੱਤਾ ਸੀ।
ਸੋ ਅੱਜ ਵੀ ਰਤਨ ਟਾਟਾ ਜੀ ਲੋਕਾਂ ਦੀ ਬਹੁਤ ਮਦਦ ਕਰਦੇ ਨੇ ਤੇ ਦੱਸਿਆ ਜਾਂਦਾ ਹੈ ਕਿ ਰਤਨ ਟਾਟਾ ਜੀ ਆਪਣੀ ਸੰਪत्ति ਦਾ ਬਹੁਤ ਸਾਰਾ ਹਿੱਸਾ ਡੋਨੇਟ ਕਰ ਦਿੰਦੇ ਨੇ। ਸੋ ਜੇਕਰ ਇਹ ਡੋਨੇਟ ਨਾ ਕਰਨ ਤਾਂ ਇਹ ਇੰਡੀਆ ਦਾ ਕੀ ਬਲਕਿ ਏਸ਼ੀਆ ਦੇ ਟੌਪ ਅਮੀਰਾਂ ਦੀ ਲਿਸਟ ਵਿੱਚ ਆ ਜਾਣਗੇ। ਤੇ ਜਮਸ਼ੇਦ ਜੀ ਤੋਂ ਬਾਅਦ ਰਤਨ ਟਾਟਾ ਜੀ ਨੇ ਟਾਟਾ ਗਰੁੱਪ ਨੂੰ ਹੋਰ ਉਚਾਈਆਂ ਤੇ ਪਹੁੰਚਾਇਆ ਹੈ, ਜੋ ਕਿ ਹੁਣ ਇਸ ਗਰੁੱਪ ਦੇ ਮਾਲਕ ਨੇ। ਸੋ ਇਹ ਤਾਂ ਸੀ ਜੀ ਸਾਡੇ ਅੱਜ ਦੇ ਕੁਝ ਇੰਟਰਸਟਿੰਗ ਫੈਕਟ ਤੇ ਜਾਣਕਾਰੀਆਂ। ਅਗਰ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਿਆ ਹੋਇਆ ਤੇ ਜ਼ਰੂਰ ਆਪਣਾ ਫੀਡਬੈਕ ਦਿਆ ਕਰੋ। ਬਾਕੀ ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਰੂਬਰੂ ਫਿਰ ਤੋਂ ਹੋਵਾਂਗੀ ਕੁਝ ਨਵੇਂ ਫੈਕਟ ਤੇ ਕੁਝ ਨਵੀਆਂ ਜਾਣਕਾਰੀਆਂ ਲੈ ਕੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।